ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਕੈਪਸਟੋਨ ਪੁਆਇੰਟ। ਤੇ ਅੱਜ ਆਪਾਂ ਇੱਕ ਨਵਾਂ ਲੈਕਚਰ ਲੈ ਕੇ ਹਾਜ਼ਰ ਹੋਏ ਹਾਂ ਮੁਲਕ ਰਾਏ ਆਨੰਦ ਦੇ ਉੱਪਰ। ਤੇ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਹੈ ਸਾਰੇ ਬੱਚਿਆਂ ਨੂੰ, ਜਿਹੜੇ ਬੱਚੇ ਨਵੇਂ ਚੈਨਲ ਨੂੰ ਦੇਖ ਰਹੇ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਜਿਹੜੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ। ਚਲੋ ਹੁਣ ਆਪਾਂ ਕਰਦੇ ਹਾਂ ਸ਼ੁਰੂ। ਹਾਂਜੀ, ਅੱਜ ਆਪਾਂ ਮੁਲਕ ਰਾਏ ਆਨੰਦ ਦੀ ਸਟਾਰਟਿੰਗ ਵਾਲੇ 2 ਪੇਜ ਇਹਦੀ ਲਾਈਫ ਨਾਲ, ਇਹਦੀ ਰਾਈਟਿੰਗਸ ਨਾਲ ਜੁੜੇ ਹੋਏ ਨੇ ਅਤੇ ਬਾਅਦ 'ਚ ਆਪਾਂ ਇਹਦੀ ਨੋਵਲਸ ਬਾਰੇ ਪੜ੍ਹਾਂਗੇ। ਕੁਛ ਪ੍ਰੋਮੀਨੈਂਟ ਨਾਵਲ ਨੇ, ਉਹਨਾਂ ਨੂੰ ਥੋੜ੍ਹੇ ਜਿਹੇ ਕਰੈਕਟਰਸ ਬਾਰੇ ਚਰਚਾ ਕਰਾਂਗੇ ਅਤੇ ਬਾਕੀ ਉਵੇਂ ਵਨ ਲਾਈਨਡ ਹੋਊਗਾ ਅੱਗੇ। ਹਾਂਜੀ, ਮੁਲਕ ਰਾਏ ਆਨੰਦ ਦਾ ਜਨਮ ਕਦੋਂ ਹੋਇਆ ਸੀ? 12 ਦਸੰਬਰ 1905 ਦੇ ਵਿੱਚ। ਅਤੇ ਡੈਥ ਕਦੋਂ ਹੋਈ ਸੀ? 2004 ਦੇ ਵਿੱਚ। ਜਨਮ ਕਿੱਥੇ ਹੋਇਆ ਸੀਗਾ? ਪੇਸ਼ਾਵਰ। ਅਤੇ ਡੈਥ ਹੋਈ ਸੀ ਪੂਨੇ ਜਹਾਂਗੀਰ ਹੌਸਪੀਟਲ ਦੇ ਵਿੱਚ। ਇਹ ਤੁਸੀਂ ਧਿਆਨ ਰੱਖਣਾ। ਅਤੇ ਇਸ ਰਾਈਟਰ ਦੀ ਇੱਕ ਖਾਸੀਅਤ ਸੀ ਕਿ ਇਹ ਜਿਹੜੀ ਪੂਅਰ ਕਾਸਟ ਦੇ ਬਾਰੇ ਲਿਖਦਾ ਸੀ ਮੋਸਟਲੀ। ਜਿਵੇਂ ਇਹਦਾ ਅਨਟੱਚੇਬਲ ਨਾਵਲ ਆਇਆ 1935 ਵਿੱਚ, ਕੂਲੀ ਆਇਆ, 2 ਲੀਵਸ ਐਂਡ ਅ ਬਡ, ਇਹ ਮੋਸਟਲੀ ਸਾਰੇ ਨਾ ਲੋਅਰ ਕਾਸਟ ਅਤੇ ਉਹਨਾਂ ਦੀ ਪ੍ਰੋਬਲਮਸ ਦੇ ਨਾਲ ਜੁੜੇ ਹੋਏ ਸੀਗੇ ਨਾਵਲ ਸਾਰੇ। ਇਹਦਾ ਮੋਸਟ ਪ੍ਰੋਮੀਨੈਂਟ ਜਿਹੜੇ ਨਾਵਲ ਹੋਏ ਨੇ ਇਹ ਅਨਟੱਚੇਬਲ ਹੋ ਗਿਆ, ਜਿਵੇਂ ਦਾ ਕੂਲੀ ਹੋ ਗਿਆ। ਇਹਨਾਂ ਦੀ ਤੁਸੀਂ ਤਰੀਕ ਯਾਦ ਰੱਖਣੀ ਹੈ ਸਾਰਿਆਂ ਨੇ ਕਿ ਅਨਟੱਚੇਬਲ 35 ਦੇ ਵਿੱਚ ਅਤੇ ਕੂਲੀ ਆਇਆ ਸੀ 1936 ਦੇ ਵਿੱਚ ਅਤੇ 2 ਲੀਵਸ ਐਂਡ ਅ ਬਡ ਆਇਆ ਸੀ 1937 ਦੇ ਵਿੱਚ। ਠੀਕ ਹੈ ਜੀ। ਇਹਨਾਂ ਦੀ ਸਟੱਡੀ ਹੁੰਦੀ ਹੈ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਗ੍ਰੈਜੂਏਸ਼ਨ ਹੁੰਦੀ ਹੈ। ਅਤੇ ਉਸ ਤੋਂ ਬਾਅਦੋਂ ਯੂਨੀਵਰਸਿਟੀ ਕਾਲਜ ਲੰਡਨ ਚਲੇ ਜਾਂਦੇ ਨੇ ਇਹ ਅੰਡਰ ਗ੍ਰੈਜੂਏਸ਼ਨ ਅਗਲੀ ਸਟੱਡੀ ਕਰਨ ਵਾਸਤੇ, ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ। ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਬਾਅਦ ਉਸ ਤੋਂ ਬਾਅਦ ਉਹ PhD ਦੀ ਡਿਗਰੀ ਪ੍ਰਾਪਤ ਕਰਦੇ ਨੇ। ਇਹਨਾਂ ਦਾ ਟੋਪਿਕ ਥੀਸਿਸ ਹੁੰਦਾ ਹੈ ਬਰਟ ਐਂਡ ਰਸਲ ਦੇ ਉੱਪਰ, ਅਤੇ ਆਹ ਟੋਪਿਕ ਇੰਗਲਿਸ਼ ਇੰਪੈਰੀਸਿਸ ਦੇ ਉੱਪਰ ਹੁੰਦਾ। ਅਤੇ ਉੱਥੇ ਜਾ ਕੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਨਾ ਬਲੂਮਸਬਰੀ ਗਰੁੱਪ ਹੁੰਦਾ, ਉਹਦਾ ਮੈਂਬਰ ਬਣ ਜਾਂਦੇ ਨੇ ਇਹ। ਅਸਲ 'ਚ ਬਲੂਮਸਬਰੀ ਜਿਹੜਾ ਗਰੁੱਪ ਹੁੰਦਾ ਉਹ ਕੈਂਬਰਿਜ ਯੂਨੀਵਰਸਿਟੀ ਨਾਲ ਹੀ ਐਸੋਸੀਏਟਡ ਗਰੁੱਪ ਹੁੰਦਾ। ਅਤੇ ਇਹਦੇ 'ਚ ਜਿਵੇਂ ਪ੍ਰੋਮੀਨੈਂਟ ਰਾਈਟਰਸ ਹੁੰਦੇ ਨੇ, ਜਿਵੇਂ ਵਰਜੀਨੀਆ ਵੋਲਫ ਹੋ ਗਈ ਅਤੇ EM ਫੋਰੈਸਟਰ ਹੋ ਗਿਆ, ਜੌਨ ਕੇਨਾਰਡ ਮੇਨਸ ਹੋ ਗਿਆ, ਇਹ ਸਾਰੇ ਰਾਈਟਰ ਸੀ ਇਹਦੇ 'ਚ। ਪੈਟਰੀਕਾ ਰਸਲ ਕੁਛ ਇਹੋ ਜਿਹਾ ਨਾਮ ਹੈ। ਉਹ ਜਿਹੜੇ ਬੰਦੇ ਸੀਗੇ ਇਹਦੇ ਮੈਂਬਰ ਸੀਗੇ। ਅਤੇ ਇਹ ਗਰੁੱਪ ਮੋਸਟਲੀ ਫੈਮਿਨਿਜ਼ਮ ਦੇ ਉੱਪਰ, ਇੰਪੋਰਟੈਂਟ ਇਸ਼ੂਜ਼ ਦੇ ਉੱਪਰ ਲਿਖਦਾ ਹੁੰਦਾ ਸੀਗਾ। ਤਾਂ ਇਹਦੀ ਰਾਈਟਿੰਗ ਦੇ ਵਿੱਚ ਵੀ ਜਿਵੇਂ ਅਨਟੱਚੇਬਿਲਟੀ ਬਾਰੇ ਜਾਂ ਪੂਅਰ ਪੀਪਲਸ ਨੇ ਉਹਨਾਂ ਦੀ ਪ੍ਰੋਬਲਮ ਬਾਰੇ ਲਿਖਿਆ ਹੋਇਆ। ਅਤੇ ਉੱਥੇ ਮਤਲਬ ਇਹਦੀ ਮੈਰਿਜ ਹੋ ਜਾਂਦੀ ਹੈ ਇੰਗਲਿਸ਼ ਐਕਟਰੈਸ ਹੁੰਦੀ ਹੈ ਅਤੇ ਕਮਿਊਨਿਸਟ ਹੁੰਦੀ ਹੈ ਕੈਥਰੀਨ ਵਾਨ ਗੈਲਡਰ ਦੇ ਨਾਲ 1938 ਦੇ ਵਿੱਚ। ਅਤੇ ਇਹਨਾਂ ਦੀ ਇੱਕ ਬੇਟੀ ਵੀ ਹੁੰਦੀ ਹੈ ਸੁਸ਼ੀਲਾ ਰੱਖ ਦੇ ਨਾਮ ਦਾ। ਅਤੇ ਪਰ ਇਹ ਇੰਨੀ ਸਕਸੈਸਫੁਲ ਨਹੀਂ ਹੁੰਦੀ ਮੈਰਿਜ। 1948 ਦੇ ਵਿੱਚ ਇਹਨਾਂ ਦਾ ਡਾਈਵੋਰਸ ਹੋ ਜਾਂਦਾ। ਅਤੇ ਅਨਟੱਚੇਬਲ ਜਿਹੜੀ ਰਾਈਟਿੰਗ ਸੀ ਇਹਦੀ, ਉਹ ਇੰਨੀ ਕੁ ਪ੍ਰੋਮੀਨੈਂਟ ਹੈ ਕਿ ਜਦੋਂ ਇਹਦੀ ਰਾਈਟਿੰਗ ਸਟਾਈਲ ਹੀ ਬਹੁਤ ਵਧੀਆ ਹੈ। ਇਹਦੇ 'ਚ ਜਿਹੜੀ ਲੋਕਲ ਲੈਂਗੁਏਜ ਦੇ ਵਰਡ ਨੇ ਉਹ ਯੂਜ਼ ਕਰੇ ਹੋਏ ਨੇ। ਜਿਵੇਂ ਮਤਲਬ ਇਹਦੇ ਕਰੈਕਟਰ ਬੋਲਦੇ ਸੀ ਲੋਕਲ ਲੈਂਗੁਏਜ, ਉਵੇਂ ਮਤਲਬ ਇਹਨਾਂ ਨੇ ਯੂਜ਼ ਕਰੇ ਹੋਏ ਨੇ ਉਹ। ਅਤੇ ਇਸੇ ਕਰਕੇ ਨਾ ਇਹਨੂੰ ਚਾਰਲਸ ਡਿਕਨ ਦਾ ਵੀ ਰੈਪੂਟੇਸ਼ਨ ਮਿਲੀ ਹੈ ਕਿ ਇਹ ਇੰਡੀਆ ਦਾ ਚਾਰਲਸ ਡਿਕਨ ਹੈ। ਕਈ ਵਾਰੀ ਕੁਐਸਚਨ ਪੁੱਛ ਲੈਂਦੇ ਹੁੰਦੇ, MCQ ਆ ਜਾਂਦਾ ਹੁੰਦਾ ਵੀ ਇੰਡੀਆ ਦਾ ਚਾਰਲਸ ਡਿਕਨ ਕਿਹੜੇ ਰਾਈਟਰ ਨੂੰ ਕਹਿੰਦੇ ਨੇ? ਤਾਂ ਜਿਹੜਾ ਮੁਲਕ ਰਾਏ ਆਨੰਦ ਹੈ ਉਸਨੂੰ ਇੰਡੀਆ ਦਾ ਚਾਰਲਸ ਡਿਕਨ ਬੋਲਦੇ ਨੇ। ਜਿਵੇਂ ਚਾਰਲਸ ਡਿਕਨ ਦੀ ਰਾਈਟਿੰਗ ਦੇ ਵਿੱਚ ਉਸ ਏਜ ਦੀ ਜਿਹੜੀਆਂ ਪ੍ਰੋਬਲਮ ਸੀਗੀਆਂ ਮੇਨਲੀਆਂ, ਜਿਵੇਂ ਝੁੱਗੀ ਝੌਂਪੜੀ ਵਾਲਿਆਂ ਦੀ ਪ੍ਰੋਬਲਮ ਸੀਗੀ, ਉਹਨੂੰ ਚਾਰਲਸ ਡਿਕਨ ਨੇ ਆਪਣੀਆਂ ਰਾਈਟਿੰਗ ਦੇ ਵਿੱਚ ਪ੍ਰਜੈਂਟ ਕਰਿਆ ਸੀ ਨਾ। ਉਸੇ ਤਰੀਕੇ ਨਾਲ ਆਨੰਦ ਨੇ ਵੀ ਮਤਲਬ ਪ੍ਰਜੈਂਟ ਕਰਿਆ ਸੀ ਆਪਦੀ ਰਾਈਟਿੰਗ ਦੇ ਵਿੱਚ। ਅਤੇ ਜਿਹੜਾ ਅਨਟੱਚੇਬਲ ਸੀਗਾ ਨਾਵਲ, ਉਹਦੀ ਇਹ ਕੁਐਸਚਨ ਬਣ ਸਕਦਾ ਉਰੋਂ ਵੀ ਅਨਟੱਚੇਬਲ ਜਿਹੜਾ ਨਾਵਲ ਸੀਗਾ ਉਸਦੀ ਇੰਟਰੋਡਕਸ਼ਨ ਕਿਹਨੇ ਲਿਖੀ ਸੀ? EM ਫੋਰੈਸਟਰ ਨੇ। ਠੀਕ ਹੈ ਜੀ। ਜਿਹੜੀ ਆਪਾਂ ਸਟਾਰਟਿੰਗ ਵਾਲੀ ਪ੍ਰੋਲੋਗ ਕਹਿ ਦਿੰਦੇ ਹੁੰਦੇ ਹਾਂ ਜਾਂ ਇੰਟਰੋਡਕਸ਼ਨ ਕਹਿ ਦਿੰਦੇ ਹੁੰਦੇ ਹਾਂ, ਉਹ EM ਫੋਰੈਸਟਰ ਨੇ ਕੀਤੀ ਸੀ। EM ਫੋਰੈਸਟਰ ਇਹਦਾ ਫਰੈਂਡ ਸੀਗਾ। ਅਤੇ ਜਦੋਂ TS ਇਲੀਅਟ ਦੇ ਮੈਗਜ਼ੀਨ ਦੇ ਉੱਪਰ ਕੰਮ ਕਰ ਰਿਹਾ ਸੀ EM ਫੋਰੈਸਟਰ ਕ੍ਰਾਈਟੇਰੀਅਨ ਦੇ ਉੱਪਰ, ਉਸ ਟਾਈਮ ਮਿਲਿਆ ਸੀ ਇਹਨਾਂ ਨੂੰ। ਠੀਕ ਹੈ ਜੀ। ਅਤੇ
ਆਨੰਦ ਦਾ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਵੀ ਬਹੁਤ ਵੱਡਾ ਰੋਲ ਰਿਹਾ, ਮਤਲਬ ਨਾਲ ਹੀ ਇਹ ਕਾਫੀ ਐਕਟਿਵ ਰਹੇ ਨੇ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ। ਅਤੇ ਇਹਨਾਂ ਨੇ ਜਦੋਂ ਸੈਕਿੰਡ ਵਰਲਡ ਵਾਰ ਹੋਇਆ 1939 ਤੋਂ ਲੈ ਕੇ 1944 ਤੱਕ ਜਿਹੜਾ ਵਰਲਡ ਵਾਰ ਰਿਹਾ, ਉਸ ਟਾਈਮ ਦੇ ਦੌਰਾਨ BBC ਲੰਡਨ ਦਾ ਸਕ੍ਰਿਪਟ ਰਾਈਟਰ ਦੇ ਤੌਰ 'ਤੇ ਵੀ ਕੰਮ ਕਰਿਆ ਇਹਨਾਂ ਨੇ। ਅਤੇ ਉੱਥੇ ਜੋਰਜ ਔਰਵੈਲ ਦਾ ਫਰੈਂਡ ਬਣਿਆ ਸੀ ਇਹ। ਅਤੇ ਇੱਕ ਪਿਕਾਸੋ ਸੀਗਾ, ਬਹੁਤ ਵਧੀਆ ਪੇਂਟਰ ਹੋਇਆ ਇਟਲੀ ਸਾਈਡ ਦਾ, ਅਤੇ ਉਹਨਾਂ ਦਾ ਵੀ ਫਰੈਂਡ ਹੈਗਾ ਸੀ ਕਿਉਂਕਿ ਉਹਨੇ ਵੀ ਇਹਦੀਆਂ ਰਾਈਟਿੰਗ ਬਣਾਈਆਂ ਸੀ ਕੁਛ। ਅਤੇ ਆਨੰਦ ਨੇ ਇੱਕ ਆਪਣਾ ਲਿਟਰੇਰੀ ਮੈਗਜ਼ੀਨ ਸਟਾਰਟ ਕੀਤਾ ਸੀਗਾ ਜਿਹਦਾ ਨਾਮ ਸੀ ਮਾਰਗ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਇਹਨਾਂ ਨੇ ਕਿਹੜਾ ਲਿਟਰੇਰੀ ਮੈਗਜ਼ੀਨ ਸਟਾਰਟ ਕਰਿਆ ਸੀਗਾ? ਮਾਰਗ। ਅਤੇ ਕਾਫੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਜਾਂਦਾ ਇਹ। ਉਸ ਤੋਂ ਬਾਅਦ 1947 ਦੇ ਵਿੱਚ ਆਨੰਦ ਇੰਡੀਆ ਵਾਪਸ ਆ ਜਾਂਦਾ, ਅਤੇ ਇੱਥੇ ਆ ਕੇ ਕਾਫੀ ਨਾਵਲਸ ਅਤੇ ਕਾਫੀ ਆਟੋਬਾਇਓਗ੍ਰਾਫੀਜ਼ ਲਿਖਦਾ, ਇਹ ਸ਼ੋਰਟ ਸਟੋਰੀ ਲਿਖਦਾ। ਅਤੇ ਉਸਦੇ ਹੋਰ ਪ੍ਰੋਮੀਨੈਂਟ ਨਾਵਲ ਜਿਹੜੇ ਇੰਡੀਆ ਆ ਕੇ ਲਿਖੇ ਸੀ ਬਾਅਦ 'ਚ ਉਹਨੇ, ਜਿਵੇਂ ਦਾ ਵਿਲੇਜ ਹੋ ਗਿਆ, ਅਕਰੋਸ ਦਾ ਬਲੈਕ ਵਾਟਰਸ ਹੋ ਗਿਆ, ਦਾ ਸਵੋਰਡ ਐਂਡ ਸਿੱਕਲ ਹੋ ਗਿਆ। ਇਹ ਤਿੰਨੇ ਨਾਵਲ ਨੇ ਨਾ ਜਿਹੜੇ, ਇਹ ਟਰਾਇਲੋਜੀ ਨੇ। ਇਹ ਤਿੰਨੇ ਨਾਵਲਾਂ ਨੂੰ ਇਕੱਠੇ ਮਤਲਬ ਸੀਕੁਅਲਸ ਨੇ ਇਹ, ਹਰ ਇੱਕ ਨਾਵਲ ਦੀ ਅਲੱਗ ਅਲੱਗ, ਜਿਵੇਂ ਪਹਿਲਾ ਵਿਲੇਜ ਫਿਰ ਅਕਰੋਸ ਦਾ। ਇਹ ਤਿੰਨੇ ਨਾਵਲ ਨਾ ਇੱਕ ਸਟੋਰੀ ਦੇ ਉੱਪਰ ਡਿਪੈਂਡੈਂਟ ਨੇ, ਇੱਕੇ ਬੰਦੇ ਦੀ, ਇੱਕੇ ਕਰੈਕਟਰ ਦੀ ਸਟੋਰੀ ਨੇ। ਉਹ ਆਪਾਂ ਅੱਗੇ ਡਿਸਕਸ ਕਰਾਂਗੇ ਕਿਹੜੇ ਕਰੈਕਟਰ ਦੀ ਸਟੋਰੀ ਨੇ। ਇਹ ਤਿੰਨੇ ਮਤਲਬ ਇੰਗਲੈਂਡ ਦੇ ਵਿੱਚ ਲਿਖੇ ਗਏ ਸੀ। ਉਸ ਤੋਂ ਬਾਅਦ ਕੂਲੀ ਅਤੇ ਜਿਹੜਾ ਦਾ ਪ੍ਰਾਈਵੇਟ ਲਾਈਫ ਆਫ ਆ ਪ੍ਰਿੰਸ, ਜਿਹੜੀ ਆਹ ਵਾਲਾ ਨਾਵਲ ਹੈ ਦਾ ਪ੍ਰਾਈਵੇਟ ਲਾਈਫ ਆਫ ਐਨ ਇੰਡੀਅਨ ਪ੍ਰਿੰਸ, ਇਹ ਇਹਨਾਂ ਦੀ ਖੁਦ ਦੀ ਆਟੋਬਾਇਓਗ੍ਰਾਫੀ ਹੈ, ਠੀਕ ਹੈ ਜੀ। ਇਹ ਤੁਸੀਂ ਧਿਆਨ ਰੱਖਣਾ, 1953 ਦੇ ਵਿੱਚ ਲਿਖਿਆ ਗਿਆ ਸੀਗਾ। ਅਤੇ ਇਸ ਤੋਂ ਬਾਅਦ 1970 ਦੇ ਦੌਰਾਨ ਦੇ ਟਾਈਮ ਦੇ ਦੌਰਾਨ ਇਹਨਾਂ ਨੇ ਇੰਡੀਅਨ ਪ੍ਰੋਗਰੈਸ ਔਰਗਨਾਈਜੇਸ਼ਨ ਦਾ ਵੀ ਨਾਲ ਵਰਕ ਕੀਤਾ ਸੀਗਾ, ਜਿੱਥੇ ਸੈਲਫ ਆਪਦੀ ਕਲਚਰ ਅਵੇਅਰਨੈਸ ਦੇ ਉੱਪਰ ਕਾਫੀ ਟੋਪਿਕ ਦਿੱਤੇ ਸੀਗੇ। ਇਹ ਇੰਨਾ ਇੰਪੋਰਟੈਂਟ ਨਹੀਂ ਹੈਗਾ। ਅਤੇ ਇਸ ਤੋਂ ਬਾਅਦ ਇਹਨਾਂ ਨੇ ਮਹਾਤਮਾ ਗਾਂਧੀ ਦੇ ਉੱਪਰ ਵੀ ਲੈਕਚਰ ਡਿਲੀਵਰ ਕੀਤੇ ਸੀਗਾ, ਰਵਿੰਦਰਨਾਥ ਟੈਗੋਰ ਦੇ ਉੱਪਰ, ਹਿਊਮੈਨਿਜ਼ਮ ਦੇ ਉੱਪਰ। ਇਹ ਵੀ ਜ਼ਿਆਦਾ ਧਿਆਨ ਮਾਰਨ ਦੀ ਲੋੜ ਨਹੀਂ। ਹਾਂ, ਜਿਹੜੀ ਗੱਲਾਂ ਧਿਆਨ ਵਾਲੀਆਂ ਨੇ ਉਹ ਇਹ ਨੇ, ਜਦੋਂ 1953 ਦੇ ਵਿੱਚ ਇਹਦੀ ਖੁਦ ਦੀ ਆਟੋਬਾਇਓਗ੍ਰਾਫੀਕਲ ਨਾਵਲ ਆਇਆ ਦਾ ਪ੍ਰਾਈਵੇਟ ਲਾਈਫ ਆਫ ਪ੍ਰਿੰਸ। ਇਹ ਕਾਫੀ ਆਟੋਬਾਇਓਗ੍ਰਾਫੀਕਲ ਸੀਗਾ। ਇਹ ਤੁਸੀਂ ਯਾਦ ਰੱਖਣਾ, ਇੱਕ ਤਾਂ ਪਬਲਿਸ਼ ਕਦੋਂ ਹੋਇਆ, ਇੱਕ ਡਾਇਰੈਕਟ ਪੁੱਛ ਲੈਂਦੇ ਹੁੰਦੇ ਨੇ ਵੀ ਇਹ ਪ੍ਰਾਈਵੇਟ ਲਾਈਫ ਆਫ ਐਨ ਇੰਡੀਅਨ ਪ੍ਰਿੰਸ ਕਿਹਦੀ ਰਾਈਟਿੰਗ ਹੈ, ਠੀਕ ਹੈ ਜੀ। ਹਾਂ, 1950 ਦੇ ਵਿੱਚ ਇਹਨਾਂ ਨੇ ਇੱਕ ਆਟੋਬਾਇਓਗ੍ਰਾਫੀ ਲਿਖਣ ਦੀ ਸੋਚੀ ਕਿ 7 ਪਾਰਟਸ ਦੇ ਵਿੱਚ, 7 ਵੋਲੀਅਮ ਦੇ ਵਿੱਚ ਲਿਖੀ ਜਾਵੇ ਆਟੋਬਾਇਓਗ੍ਰਾਫੀ, ਪਰ ਉਸ ਦੇ 4 ਵੋਲੀਅਮਸ ਹੀ ਕੰਪਲੀਟ ਕਰ ਪਾਇਆ ਇਹ, ਠੀਕ ਹੈ ਜੀ। ਇਹ ਉਸ ਆਟੋਬਾਇਓਗ੍ਰਾਫੀ ਦਾ ਨਾਮ ਸੀਗਾ 7 ਏਜਸ ਆਫ ਮੈਨ। ਇਹ ਲਿਖਣੀ ਸੀ ਇਹਨੇ, ਪਰ ਉਹਦੇ 4 ਪਾਰਟ ਹੀ ਕੰਪਲੀਟ ਕਰ ਸਕਿਆ। ਤਾਂ ਉਹਦੇ ਜਿਹੜੇ ਪਹਿਲਾ ਸੀਗਾ ਜਿਵੇਂ 7 ਸਮਰ, ਪਹਿਲਾ ਪਾਰਟ ਸੀਗਾ 7 ਸਮਰਸ, ਫਿਰ ਆਇਆ ਮੋਰਨਿੰਗ ਫੇਸ, ਠੀਕ ਹੈ ਜੀ, ਫਿਰ ਕਨਫੈਸ਼ਨ ਆਫ ਅ ਲਵਰ, ਫਿਰ ਆ ਬਬਲ। ਇਹ 4 ਪਾਰਟ ਹੀ ਕੰਪਲੀਟ ਕਰ ਸਕਿਆ ਸੀਗਾ ਇਹ। ਅਤੇ ਕੁਛ ਹੋਰ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਇਹ ਨੇ, ਜਿਹੜੀਆਂ ਤੁਸੀਂ ਯਾਦ ਰੱਖਣ ਜੋਗੀਆਂ ਨੇ। ਇਹ ਆਪਦੇ ਆਪ ਨੂੰ ਬੌਕਸ ਪ੍ਰੋਫੈਸਰ ਵੀ ਕਹਿੰਦਾ ਹੁੰਦਾ ਸੀਗਾ, ਅਤੇ ਇਹਨੂੰ ਜੋਲਾ ਵੀ ਕਿਹਾ ਜਾਂਦਾ ਸੀ, ਬੈਲਜਕ ਆਫ ਇੰਡੀਆ, ਠੀਕ ਹੈ ਜੀ। ਇਹਨੂੰ ਫਾਊਂਡਿੰਗ ਫਾਦਰ ਆਫ ਇੰਡੀਅਨ ਇੰਗਲਿਸ਼ ਨਾਵਲ ਵੀ ਕਹਿੰਦੇ ਸੀਗੇ। ਇਹ ਤੁਸੀਂ ਤਿੰਨੇ ਚੀਜ਼ਾਂ ਯਾਦ ਰੱਖਣੀਆਂ ਨੇ, ਅਤੇ ਆਹ ਤੁਸੀਂ ਬਹੁਤ ਜ਼ਿਆਦਾ ਰੱਖਣੀਆਂ ਨੇ, ਨੋਟ ਕਰ ਲਿਓ ਆਪਣੀ ਬੁੱਕਸ ਕਾਪੀ ਦੇ ਉੱਪਰ ਕਿ 7 ਜਿਹੜੀ ਆਪਣੀ ਆਟੋਬਾਇਓਗ੍ਰਾਫੀ ਲਿਖਣਾ ਚਾਹੁੰਦਾ ਸੀ ਉਹਦਾ ਕੀ ਨਾਮ ਸੀਗਾ, 7 ਏਜਸ ਆਫ ਮੈਨ, ਠੀਕ ਹੈ। ਇਹਦੇ 4 ਹੀ ਪਾਰਟ ਕੰਪਲੀਟ ਕਰ ਸਕਿਆ ਸੀ ਸਿਰਫ। ਇਸ ਤੋਂ ਬਾਅਦ ਜੀ ਇਹ, ਹਾਂ ਇਹਨੂੰ ਰਹਿਣ ਦਿੰਦੇ ਹਾਂ, ਐਡਾ ਕੋਈ ਉਹ ਨਹੀਂ ਹੈਗਾ। ਹਾਂ, ਆਪਾਂ ਇੱਥੋਂ ਕਰਦੇ ਹਾਂ। ਲੇਟਰ ਲਾਈਫ ਦੇ ਵਿੱਚ ਨਾ ਫਿਰ ਉਹਦੀ ਬਾਅਦ 'ਚ ਮੈਰਿਜ ਹੋ ਜਾਂਦੀ ਹੈ, ਦੂਜੀ ਮੈਰਿਜ ਸ਼ਰੀਨ ਵਜੀਫਦਾਰ ਦੇ ਨਾਲ, ਪਰਸ਼ੀਅਨ ਹੁੰਦੀ ਹੈ ਉਹ, ਅਤੇ ਡਾਂਸਰ ਹੁੰਦੀ ਹੈ ਬੰਬੇ ਦੀ। ਅਤੇ ਫਿਰ ਐਂਡ 'ਤੇ 2004 ਦੇ ਵਿੱਚ ਜਿਹੜਾ ਆਨੰਦ ਨਮੂਨੀਆ ਨਾਲ ਮਰ ਜਾਂਦਾ ਪੂਨੇ ਦੇ ਵਿੱਚ। ਹੁਣ ਤੁਸੀਂ ਇਹ ਧਿਆਨ ਰੱਖਣਾ, ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਵੀ ਆਨੰਦ ਦੀ ਡੈਥ ਕਾਹਦੇ ਕਰਕੇ ਹੋਈ ਸੀ? ਨਮੂਨੀਆ ਕਰਕੇ ਹੋਈ ਸੀ, ਠੀਕ ਹੈ ਜੀ। ਰਾਜਾ ਰਾਓ ਕਿਵੇਂ ਮਰਿਆ ਸੀਗਾ? ਅਟੈਕ ਨਾਲ, ਹਾਰਟ ਫੇਲੀਅਰ ਨਾਲ ਮਰਿਆ ਸੀ ਰਾਜਾ ਰਾਓ, ਠੀਕ ਹੈ। ਤਾਂ ਉਹ ਐਵੇਂ ਪੁੱਛ ਸਕਦੇ ਨੇ, ਡਾਇਰੈਕਟ ਸਾਨੂੰ ਕੁਐਸਚਨ ਆ ਸਕਦੇ ਨੇ। ਹੁਣ ਆਪਾਂ ਇਹਦੇ ਵਰਕਸ ਬਾਰੇ ਕਰਦੇ ਹਾਂ। ਅਨਟੱਚੇਬਲ 1935 ਦੇ ਵਿੱਚ ਆਇਆ ਸੀ, ਪਬਲਿਸ਼ ਹੋਇਆ ਸੀ। ਇਹ ਤੁਸੀਂ ਜਿਵੇਂ ਪ੍ਰੋਮੀਨੈਂਟ ਨਾਵਲ ਨੇ ਜਿਹੜੇ ਆਪਾਂ ਬਸ ਡਿਸਕਸ ਕਰਾਂਗੇ ਇੱਥੇ। ਹੁਣ ਇਹਦੇ ਕਰੈਕਟਰ ਬਾਰੇ ਤੁਸੀਂ ਕਰਨੀ, ਅਨਟੱਚੇਬਲ ਤਾਂ ਉਹ ਸਾਰੇ ਨੇ ਪੜ੍ਹਿਆ ਹੋਣਾ,
ਗ੍ਰੈਜੂਏਸ਼ਨ ਦੇ ਵਿੱਚ ਵੀ ਹੈਗਾ ਸੀਗਾ ਇਹ। ਜਿਵੇਂ ਇਹ 'ਚ ਕਰੈਕਟਰ ਨੇ ਬੱਖਾ, ਠੀਕ ਹੈ, ਸਨ ਆਫ ਲੱਖੇ ਦਾ ਮੁੰਡਾ ਹੁੰਦਾ ਇਹ ਨਾਵਲ ਦੇ ਵਿੱਚ। ਅਤੇ ਉਸ ਤੋਂ ਬਾਅਦੋਂ ਚੜਤ ਸਿੰਘ ਹੁੰਦਾ ਹਾਕੀ ਪਲੇਅਰ ਇੱਥੇ, ਅਤੇ ਇੱਕ ਸੋਹਣੀ ਹੁੰਦੀ ਹੈ ਬੱਕੇ ਦੀ ਸਿਸਟਰ ਹੁੰਦੀ ਹੈ, ਅਤੇ ਜਿਹੜਾ ਪੰਡਿਤ ਕਾਲੀਨਾਥ ਹੁੰਦਾ ਉਹ ਪ੍ਰੀਸਟ ਹੁੰਦਾ। ਐਕਚੁਅਲੀ ਜਿਹੜੀ ਦਿਸ ਸਟੋਰੀ ਇਜ਼ ਬੇਸਿਕਲੀ ਔਨ ਦਾ ਅਨਟੱਚੇਬਿਲਟੀ ਐਂਡ ਜਿਹੜੀ ਸੋਹਣੀ ਹੁੰਦੀ ਹੈ ਜਿਹੜੀ ਨਾਵਲ ਦੇ ਵਿੱਚ ਸ਼ੀ ਵਾਜ਼ ਮੋਲੈਸਟਡ ਬਾਏ ਪੰਡਿਤ ਕਾਲੀਨਾਥ। ਅਤੇ ਰੱਖਾ ਜਿਹੜਾ ਹੁੰਦਾ ਬੱਖੇ ਦਾ ਬ੍ਰਦਰ ਹੁੰਦਾ ਕਲਨ ਹਚਿੰਗਸਨ ਹੁੰਦਾ ਜਿਹੜਾ ਇੱਥੇ ਨਾ ਇੱਕ ਮਿਸ਼ਨਰੀ ਹੁੰਦਾ ਕ੍ਰਿਸਚਨ ਮਿਸ਼ਨਰੀ। ਅਤੇ ਉਹ ਇਹਨੂੰ ਬੱਖੇ ਨੂੰ ਜਿਹੜਾ ਬੱਖਾ ਹੁੰਦਾ ਉਹਨੂੰ ਧਰਮ ਚੇਂਜ ਕਰਵਾ ਦਿੰਦਾ ਹੁੰਦਾ। ਅਤੇ ਐਂਡ ਦੇ ਉੱਪਰ ਇਹ 'ਚ ਜਿਹੜਾ ਮਹਾਤਮਾ ਗਾਂਧੀ ਦਾ ਲੈਕਚਰ ਵੀ ਡਿਲੀਵਰ ਹੁੰਦਾ, ਜਿਸ ਤੋਂ ਬਾਅਦ 'ਚ ਹੀ ਇਹ ਆਪਦਾ ਕੰਮ ਬੱਖਾ ਜਿਹੜਾ ਹੁੰਦਾ ਆਪਦਾ ਕੰਮ ਛੱਡ ਦਿੰਦਾ ਹੁੰਦਾ ਸਵੀਪਿੰਗ ਦੇ ਕੰਮ ਕਰਦੇ ਹੁੰਦੇ ਨੇ। ਇਹ ਜਿਹੜਾ ਨਾਵਲ ਹੈ ਮੇਨਲੀ ਜਿਹੜੀ ਸਵੀਪਰਸ ਨੇ ਅਤੇ ਉਹਨਾਂ ਦੀ ਪੂਅਰ ਜਿਹੜੇ ਬੰਦੇ ਨੇ, ਪੂਅਰ ਸੁਸਾਇਟੀ ਆ ਉਹਦੀ ਪ੍ਰੋਬਲਮਸ ਨੂੰ ਸ਼ੋਅ ਕਰਦਾ ਕਿ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਇਹਦੇ ਮੋਸਟਲੀ ਜਿਹੜੇ ਨਾਵਲਸ ਨੇ ਨਾ ਉਹਨਾਂ 'ਚ ਪੂਅਰ ਕਲਾਸ ਦੀ ਇੱਜ਼ਤ ਕਿਵੇਂ, ਮਤਲਬ ਮੋਲੈਸਟੇਸ਼ਨ ਹੁੰਦੀ ਹੈ ਉਸ ਚੀਜ਼ ਦੇ ਉੱਪਰ ਕਾਫੀ ਚਰਚਾ ਹੈ। ਉਹਨਾਂ ਦੀ ਪ੍ਰੋਬਲਮ ਸਾਰੀਆਂ ਦਿਖਾਈਆਂ ਗਈਆਂ ਨੇ ਜਿਵੇਂ ਐਨ ਬਿਲਕੁਲ ਰਿਐਲਿਟੀ ਵਾਂਗੂ। ਕੂਲੀ ਇਹਦਾ ਇੱਕ ਹੋਰ ਨਾਵਲ ਆਊਗਾ ਅੱਗੇ ਆਪਾਂ ਪੜ੍ਹਾਂਗੇ, ਉਹਦੇ 'ਚ ਵੀ ਸੇਮ ਹੈ ਜਿਹੜਾ ਬ੍ਰਿਟਿਸ਼ ਓਫੀਸ਼ੀਅਲ ਹੁੰਦੇ ਨੇ ਉਹ ਇੱਕ ਗਰੀਬ ਪਰਿਵਾਰ ਹੁੰਦਾ, ਉਹਨਾਂ ਦੀ ਬੇਟੀ ਅਤੇ ਉਹਨਾਂ ਦੀ ਜਿਹੜੀ ਵਾਈਫ ਹੁੰਦੀ ਆ ਉਹਨੂੰ ਮਾੜੀ ਨਜ਼ਰ ਨਾਲ ਦੇਖਦੇ ਨੇ, ਠੀਕ ਹੈ। ਉਹਨਾਂ ਨੂੰ ਮੋਲੈਸਟੇਸ਼ਨ ਹੁੰਦੀ ਹੈ ਉਹਨਾਂ ਦੀ। ਆਲਮੋਸਟ ਸਾਰੀਆਂ ਸਟੋਰੀਆਂ ਦੇ ਵਿੱਚ ਇਹ ਕੋਮਨ ਜਿਹਾ ਥੀਮ ਹੈ ਉਹਨਾਂ ਦੀ ਪ੍ਰੋਬਲਮ ਨੂੰ ਦਿਖਾਇਆ ਗਿਆ। ਅਤੇ ਕੂਲੀ ਨਾਵਲ 1936 ਦੇ ਵਿੱਚ ਪਬਲਿਸ਼ ਹੁੰਦਾ। ਇਹ ਵੀ ਮਤਲਬ ਇੱਕ ਓਲਡ ਬੁਆਏ ਹੈ ਮੁੰਨੋ ਦੇ ਉੱਪਰ ਹੈ, ਅਤੇ ਉਹਦੀ ਪੋਵਰਟੀ ਕਰਕੇ ਉਹਦਾ ਐਕਸਪਲੋਡੇਸ਼ਨ ਕਿਵੇਂ ਹੁੰਦਾ ਉਹਨੂੰ ਦਿਖਾਇਆ ਗਿਆ। ਉਹ ਬੰਦਾ ਸਰ ਜੋਰਜ ਵਾਈਟ ਕੋਟਨ ਮਿਲ ਦੇ ਵਿੱਚ ਕੰਮ ਕਰਦਾ ਹੁੰਦਾ, ਉਹਦੀ ਸਟੋਰੀ ਹੈ ਇਹ ਸਾਰੀ। ਅਤੇ ਇਸ ਨਾਵਲ ਨੂੰ ਕ੍ਰਿਟੀਸਾਈਜ਼ ਕੀਤਾ ਸੀਗਾ H.K. ਫੋਰੈਸਟਰ ਨੇ, ਕਹਿੰਦਾ ਵੀ ਇਹਦੀ ਡਿਫੈਕਟਿਵ ਪਲੋਟ ਕੰਸਟਰਕਸ਼ਨ ਵੀ ਸਹੀ ਤਰੀਕੇ ਨਾਲ ਪਲੋਟ ਕੰਸਟਰਕਸ਼ਨ ਨਹੀਂ ਹੈਗੀ ਇਹਦੀ, ਠੀਕ ਹੈ। ਅੱਗੇ ਟੂ ਲੀਵਸ ਐਂਡ ਅ ਬਡ 1937 ਦੇ ਵਿੱਚ ਪਬਲਿਸ਼ ਹੁੰਦਾ। ਇਹ ਸਟੋਰੀ ਟੀ ਪਲਾਂਟੇਸ਼ਨ ਦੇ ਉੱਪਰ ਹੈ। ਅਤੇ ਇਹਦੇ 'ਚ ਜਿਹੜਾ ਇਹਦੇ ਉੱਪਰ ਹਿੰਦੀ ਫਿਲਮ ਵੀ ਬਣੀ ਹੋਈ ਹੈ ਰਾਹੀ, ਠੀਕ ਹੈ। ਦੇਵ ਆਨੰਦ ਜਿਹੜਾ ਹੁੰਦਾ ਇਸ ਫਿਲਮ ਦਾ ਡਾਇਰੈਕਟਰ ਹੁੰਦਾ ਦੇਵ ਆਨੰਦ ਰਾਹੀ। ਅਤੇ ਇੰਗਲਿਸ਼ ਦੇ ਵਿੱਚ ਵੀ ਇਹ ਜਿਹੜੀ ਮੂਵੀ ਦਾ ਵੇਫਾਰਰ ਦੇ ਉੱਪਰ ਬਣੀ ਹੋਈ ਹੈ, ਟਾਈਟਲ ਹੈ ਇਹਦਾ ਦਾ ਵੇਫਾਰਰ ਇਸ ਨਾਵਲ ਦੇ ਉੱਪਰ। ਅਤੇ ਇਹ ਸਟੋਰੀ ਗੰਗੂ ਦੀ ਸਟੋਰੀ ਹੈ। ਗੰਗੂ ਫਾਰਮਰ ਹੁੰਦਾ ਅਤੇ ਉਹਦੀ ਜਿਹੜੀ ਵਾਈਫ ਹੁੰਦੀ ਹੈ ਸਾਜਨੀ, ਉਹਦੀ ਵਾਈਫ ਹੁੰਦੀ ਹੈ, ਅਤੇ ਡਾਟਰ ਹੁੰਦੀ ਹੈ ਲੈਲਾ, ਅਤੇ ਸਨ ਬੁੱਧੂ, ਅਤੇ ਇਹ 'ਚ ਐਕਸਪਲੋਇਟਰ ਹੁੰਦਾ ਰੈਜ਼ੀ ਹੰਟ। ਇਹ ਸਟੋਰੀ ਜਿਹੜੀ ਟੀ ਪਲਾਂਟੇਸ਼ਨ ਦੇ ਉੱਪਰ ਇਹਦੀ ਸਟੋਰੀ ਹੈ ਗੰਗੂ ਦੀ। ਅਤੇ ਇਹਦੇ ਪਰਿਵਾਰ ਨੂੰ ਵੀ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ। ਅਤੇ ਜਿਹੜੀ ਇਹਦੀ ਵਾਈਫ ਹੁੰਦੀ ਹੈ ਉਹ ਕੋਲਰੇ ਨਾਲ ਮਰ ਜਾਂਦੀ ਹੁੰਦੀ ਹੈ। ਉਸ ਟਾਈਮ ਜਿਹੜਾ ਅਸਾਮ ਦਾ ਏਰੀਆ ਹੁੰਦਾ ਜਿਸ ਟਾਈਮ ਇਹ ਨਾਵਲ ਦੀ ਸੈਟਿੰਗ ਹੁੰਦੀ ਹੈ, ਅਸਾਮ ਦੇ ਵਿੱਚ ਜਿਹੜਾ ਟੀ ਪਲਾਂਟੇਸ਼ਨ ਵਾਲਾ ਏਰੀਆ ਹੁੰਦਾ ਉੱਥੇ ਕੋਲਰਾ ਫੈਲ ਜਾਂਦਾ ਹੁੰਦਾ ਅਤੇ ਪਲੇਗ। ਅਤੇ ਉਸ ਤੋਂ ਬਾਅਦੋਂ ਇਹਦੀ ਵਾਈਫ ਮਰ ਜਾਂਦੀ ਹੁੰਦੀ ਹੈ। ਅਤੇ ਇਹਦੀ ਕੁੜੀ ਨਾਲ ਵੀ ਸੇਮ ਉਹੀ ਸਟੋਰੀ ਹੁੰਦੀ ਹੈ, ਮੋਲੈਸਟੇਸ਼ਨ ਹੁੰਦੀ ਹੈ ਜਿਵੇਂ ਅਨਟੱਚੇਬਲ ਨਾਵਲ ਦੇ ਵਿੱਚ ਹੁੰਦੀ ਹੈ। ਜਿਹੜਾ ਰੇਜੀ ਹੰਟ ਹੁੰਦਾ ਇਹਦੀ ਕੁੜੀ ਸੋਹਣੀ ਹੁੰਦੀ ਹੈ, ਇਹਦੀ ਕੁੜੀ ਵੱਲ ਮਤਲਬ ਗਲਤ ਨਜ਼ਰਾਂ ਨਾਲ ਦੇਖਦਾ ਅਤੇ ਇਹ ਬਚਾਉਣ ਦੀ ਕੋਸ਼ਿਸ਼ ਵੀ ਕਰਦਾ, ਪ੍ਰੋਟੈਸਟ ਵੀ ਕਰਦਾ, ਅਤੇ ਰੇਜੀ ਹੰਟ ਇਹਨੂੰ ਗੰਗੂ ਨੂੰ ਗੋਲੀ ਨਾਲ ਮਾਰ ਦਿੰਦਾ ਹੁੰਦਾ। ਅਤੇ ਇਹ ਸਟੋਰੀ ਹੈ ਇਹਦੀ। ਅਤੇ ਉਸ ਤੋਂ ਬਾਅਦੋਂ ਦਾ ਵਿਲੇਜ ਅਗਲਾ ਹੁੰਦਾ ਨਾਵਲ। ਦਾ ਵਿਲੇਜ ਨੂੰ ਆਪਾਂ ਟ੍ਰਾਇਲੋਜੀ ਦੇ ਵਿੱਚ ਪੜ੍ਹਾਂਗੇ। 3 ਨਾਵਲ ਇਕੱਠੇ ਨੇ ਇਹ। ਤਿੰਨੇ ਨਾਵਲਾਂ ਦੇ ਵਿੱਚ ਇੱਕ ਸੇਮ ਕਰੈਕਟਰ ਹੈ ਲਾਲੂ ਦਾ, ਠੀਕ ਹੈ। ਪਹਿਲਾ ਦਾ ਵਿਲੇਜ ਹੈ, ਇਹਦੇ 'ਚ ਉਹ ਪਿੰਡ ਦੇ ਵਿੱਚ ਰਹਿੰਦਾ ਹੁੰਦਾ ਅਤੇ ਜ਼ਮੀਨ ਦੇ ਮਸਲੇ ਹੁੰਦੇ ਨੇ। ਇਹਨਾਂ ਦੀ ਜ਼ਮੀਨ ਕੋਈ ਨੋਮ ਲਵਾ ਲੈਂਦਾ ਹੁੰਦਾ ਆਪਦੇ, ਠੀਕ ਹੈ ਜੀ।
ਫੇਕ ਪੇਪਰ ਬਣਵਾ ਕੇ। ਇਸ ਤੋਂ ਬਾਅਦ ਉਹ ਪਿੰਡ ਛੱਡ ਦਿੰਦਾ, ਪਿੰਡ ਛੱਡ ਕੇ ਇਹ ਇੱਕ ਆਰਮੀ ਦੇ ਵਿੱਚ ਜੁਆਇਨ ਕਰ ਲੈਂਦਾ। ਆਰਮੀ ਜੁਆਇਨ ਕਰਨ ਤੋਂ ਬਾਅਦ ਇਹ ਸਟੋਰੀ ਬਸ ਇਸ ਨਾਵਲ ਦੇ ਵਿੱਚ ਇੰਨੀ ਕੁ ਸਟੋਰੀ ਹੈ। ਫਿਰ ਜਿਹੜਾ ਅਗਲਾ ਨਾਵਲ ਹੈ ਅਕਰੋਸ ਬਲੈਕ ਵਾਟਰ, ਇੱਥੇ ਲਾਲੂ ਐਜ਼ ਅ ਸੋਲਜਰ ਕੰਮ ਕਰ ਰਿਹਾ ਹੁੰਦਾ ਅਤੇ ਯੁੱਧ ਦੇ ਵਿੱਚ ਲੜਨ ਜਾਂਦਾ ਸੈਕਿੰਡ ਵਰਲਡ ਵਾਰ ਦੇ ਵਿੱਚ। ਫਰਾਂਸ ਅਤੇ ਜਰਮਨੀ ਦਾ ਯੁੱਧ ਹੁੰਦਾ ਨਾ ਸੈਕਿੰਡ ਵਰਲਡ ਵਾਰ ਦੇ ਵਿੱਚ, ਤਾਂ ਉੱਥੇ ਯੁੱਧ ਦੇ ਵਿੱਚ ਫਰੰਟੀਅਰ 'ਤੇ ਹੁੰਦਾ ਇਹ। ਫਿਰ ਥਰਡ ਨਾਵਲ ਦੇ ਵਿੱਚ ਜਦੋਂ ਲਾਲੂ ਨੂੰ ਜੋਬ ਤੋਂ ਕੱਢ ਦਿੰਦੇ ਹੁੰਦੇ ਨੇ ਐਜ਼ ਅ ਸੋਲਜਰ, ਉਹਦੀ ਸਟੋਰੀ ਹੈ ਸਾਰੀ। ਤਾਂ ਜਿਹੜਾ ਫਸਟ ਵਿਲੇਜ ਹੈ ਜਿਹੜਾ, ਇਹ ਸਟੋਰੀ ਲਾਲੂ ਦੀ ਹੈ ਤੁਹਾਨੂੰ ਪਤਾ ਹੀ ਹੈ। ਅਤੇ ਜਿਹੜੀ ਪਿੰਡ ਦੀ ਸੈਟਿੰਗ ਆ ਉਹ ਅਨੰਦਪੁਰ ਦੇ ਵਿੱਚ, ਸਾਰੇ ਨਾਵਲ ਦੇ ਐਕਸ਼ਨ ਮਤਲਬ ਅਨੰਦਪੁਰ ਦੇ ਵਿੱਚ ਹੁੰਦੇ ਨੇ। ਅਤੇ ਇਸ ਨਾਵਲ ਦੇ ਵਿੱਚ ਲਾਲੂ ਹੈ ਜਿਹੜਾ ਉਹ ਇੰਡੀਅਨ ਆਰਮੀ ਜੁਆਇਨ ਕਰ ਲੈਂਦਾ ਹੁੰਦਾ। ਅਤੇ ਸੈਕਿੰਡ ਨਾਵਲ ਆਉਂਦਾ ਜਿਹੜਾ ਅਕਰੋਸ ਦਾ ਬਲੈਕ ਵਾਟਰ, ਇਹ ਸਟੋਰੀ ਉਹ ਲਾਲੂ ਦੀ ਸਟੋਰੀ ਹੈ ਜਦੋਂ ਲਾਲੂ ਜੁਆਇਨ ਕਰ ਲੈਂਦਾ ਇੰਡੀਅਨ ਆਰਮੀ ਅਤੇ ਫਰਾਂਸ ਅਤੇ ਜਰਮਨੀ ਯੁੱਧ ਦੇ ਵਿੱਚ ਜਦੋਂ ਉਹ ਕਰਦਾ, ਠੀਕ ਹੈ, ਉਹਦੀ ਸਟੋਰੀ ਹੈ, ਲੜਦਾ। ਅਤੇ ਉਸ ਤੋਂ ਬਾਅਦ ਉਹ ਪ੍ਰੋਬਲਮਸ ਜਿਹੜੀਆਂ ਨੇ ਸੋਲਜਰਸ ਨੂੰ ਆਉਂਦੀਆਂ ਨੇ ਉਹ ਵੀ ਇਹਦੇ 'ਚ ਸ਼ੋਅ ਕਰੀਆਂ ਹੋਈਆਂ ਨੇ। ਕੋਡ ਐਂਡ ਸਿਕਲ ਨੈਕਸਟ ਆਉਂਦਾ 1942 ਦੇ ਵਿੱਚ। ਇਹਦੇ 'ਚ ਮਤਲਬ ਜਦੋਂ ਲਾਲੂ ਨੂੰ ਡਿਪਰਾਈਵ ਕਰ ਦਿੰਦੇ ਨੇ ਜੋਬ ਤੋਂ, ਉਹਦੀ ਸਟੋਰੀ ਹੈ ਸਾਰੀ। ਕਿਉਂਕਿ ਜਦੋਂ ਇਹਨੂੰ ਜਰਮਨੀ ਹੈ ਜਿਹੜੀ ਇਹਨਾਂ ਨੂੰ ਸੋਲਜਰਸ ਨੂੰ ਉਹ ਕਰ ਲੈਂਦੇ ਹੁੰਦੇ ਨੇ, ਪ੍ਰਿਜ਼ਨਰ ਆਫ ਵਾਰ ਬਣਾ ਲੈਂਦੇ ਹੁੰਦੇ ਨੇ, ਤਾਂ ਉਹਦੀ ਸਟੋਰੀ ਹੈ। ਇਹ ਤੁਸੀਂ ਧਿਆਨ ਰੱਖਣੇ ਤਿੰਨੇ ਚੀਜ਼ਾਂ। ਕਈ ਵਾਰੀ ਨਾ ਐਂ ਪੁੱਛ ਲੈਂਦੇ ਹੁੰਦੇ ਨੇ, ਵੱਡਾ ਕੁਸ਼ਚਨ ਡਿਫੀਕਲਟ ਕੁਸ਼ਚਨ ਬਣਾ ਸਕਦੇ ਹੁੰਦੇ ਨੇ। ਇੱਕ ਪਾਸੇ ਨਾਵਲਸ ਦੇ ਨਾਮ ਦੇ ਦੇਣਗੇ, ਦੂਜੇ ਪਾਸੇ ਰਾਈਟਰਸ ਨੂੰ ਉਹਨਾਂ ਨੂੰ ਮੈਚਿੰਗ ਕਰਨ 'ਤੇ ਕੁਸ਼ਚਨ ਆ ਸਕਦਾ ਹੁੰਦਾ ਤੁਹਾਨੂੰ, ਠੀਕ ਹੈ। ਇਹ ਤੁਸੀਂ ਹਰ ਇੱਕ ਮਤਲਬ ਮੈਂ ਉਹੀ ਰਾਈਟਰਸ ਜਿਹੜੇ ਨੇ ਉਹੀ ਨਾਵਲ ਡਿਸਕਸ ਕਰ ਰਿਹਾ ਤੁਹਾਡੇ ਨਾਲ, ਜਿਹੜੇ ਇਹਦੇ ਮੇਨ ਪ੍ਰੋਮੀਨੈਂਟ 'ਚ ਨਾਵਲ ਨੇ ਅਤੇ ਉਹਨਾਂ ਦੇ ਰਾਈਟਰ ਨੇ। ਹੁਣ ਇਹ ਲਾਲੂ ਵਾਲਾ ਰਾਈਟਰ, ਲਾਲੂ ਵਾਲਾ ਥੋੜ੍ਹੀ ਕਰੈਕਟਰ ਹੈ ਜਿਹੜਾ, ਇਹ ਹੁਣ ਪ੍ਰੋਮੀਨੈਂਟ ਬਣ ਗਿਆ ਇੱਥੇ ਕਿਉਂਕਿ ਤਿੰਨੇ ਨਾਵਲਸ ਦੇ ਵਿੱਚ ਇਹ ਸੇਮ ਕਰੈਕਟਰ ਹੈ, ਠੀਕ ਹੈ, ਇਹ ਧਿਆਨ ਰੱਖਣਾ। ਫਿਰ ਬਿਗ ਹਾਰਟ ਇੱਕ ਨੈਕਸਟ ਜਿਹੜਾ ਇਹਦਾ ਨਾਵਲ ਹੈ ਦਾ ਬਿਗ ਹਾਰਟ, ਇਹ ਵੀ ਇੱਕ ਉਵੇਂ ਸੇਮ ਪ੍ਰੋਬਲਮ ਹੈ ਪੂਅਰ ਕਲਾਸ ਦੀ। ਇੱਕ ਬਲੈਕ ਸਮਿਥ ਹੁੰਦਾ ਜਿਹਦਾ ਨਾਮ ਹੁੰਦਾ ਅਨੰਤ, ਅਤੇ ਕੈਪੀਟਲਿਸਟ ਨਾਲ ਕਨਫਲਿਕਟ ਨੂੰ ਦਿਖਾਇਆ ਗਿਆ। ਇਹਦੇ 'ਚ ਬੇਸਿਕਲੀ ਕੀ ਹੁੰਦਾ, ਇੱਕ ਅੰਮ੍ਰਿਤਸਰ ਪਿੰਡ ਦੀ ਇੱਕ ਸਟੋਰੀ ਹੈ ਜਿਹਦੇ 'ਚ ਜਿਹੜਾ ਕੋਪਰ ਦਾ ਕੰਮ ਹੁੰਦਾ ਉਹ ਕੋਪਰ ਦੀ ਜਿਹੜੀ ਲਿਵਲੀਹੁੱਡ ਬੇਸ 'ਤੇ ਲਿਵਲੀਹੁੱਡ ਚਲਾ ਰਹੇ ਹੁੰਦੇ ਨੇ ਆਪਣੀ, ਉਹਨਾਂ ਦਾ ਕੰਮ ਸਾਰਾ ਠੱਪ ਹੋ ਜਾਂਦਾ ਕਿਉਂਕਿ ਜਦੋਂ ਜਿਹੜੇ ਬ੍ਰਿਟਿਸ਼ ਹੁੰਦੇ ਨੇ ਉਹ ਫੈਕਟਰੀ ਲਾ ਦਿੰਦੇ ਹੁੰਦੇ ਨੇ ਆਪਣੀ ਇੱਥੇ ਆ ਕੇ, ਤਾਂ ਉਹਦੀ ਸਟੋਰੀ ਹੈ। ਅਤੇ ਉਸ ਤੋਂ ਬਾਅਦੋਂ ਜੀ ਇਹਦਾ ਮੇਨ ਕਰੈਕਟਰ ਤੁਸੀਂ ਯਾਦ ਰੱਖਣਾ, ਅਨੰਤ ਇਹਦਾ ਮੇਨ ਕਰੈਕਟਰ ਹੁੰਦਾ, ਠੀਕ ਹੈ ਜੀ। ਅਤੇ ਹੁਣ ਦਾ ਲੋਸਟ ਚਾਈਲਡ ਇਹਦਾ ਨਾਵਲ ਆਉਂਦਾ, ਇਹ ਸਟੋਰੀ ਕਲੈਕਸ਼ਨ ਵੀ ਹੈ ਇਹ, ਠੀਕ ਹੈ ਜੀ। ਇਹ 1934 ਦੇ ਵਿੱਚ, ਹਾਂ ਆਹ ਦੇਖੋ 7 ਸਮਰਸ ਇਹਦੀ ਆਉਂਦੀ ਹੈ ਇਹ 1951 ਦੇ ਵਿੱਚ। ਉਹੀ ਜਿਹੜੀ 7 ਏਜਸ ਵਾਲਾ ਵੀ ਆਊਗਾ ਅੱਗੇ। ਉਸ ਉਹਦਾ ਪ੍ਰਾਈਵੇਟ ਲਾਈਫ ਆਫ ਇੰਡੀਅਨ ਪ੍ਰਿੰਸ, ਠੀਕ ਹੈ ਜੀ। ਦਾ ਓਲਡ, ਇਹ ਯਾਦ ਰੱਖਣੇ ਤੁਸੀਂ, ਦਾ ਓਲਡ ਵੂਮਨ ਐਂਡ ਦਾ ਕਾਓ, ਦਾ ਰੋਡ, ਦਾ ਡੈਥ ਆਫ ਹੀਰੋ, ਠੀਕ ਹੈ ਜੀ। ਬੇਸਡ ਔਨ ਦਾ ਲਾਈਫ ਆਫ ਮਕਬੂਲ ਸ਼ੇਰਵਾਨੀ, ਇਹ ਪੁੱਛ ਸਕਦੇ ਨੇ ਤੁਹਾਨੂੰ, ਠੀਕ ਹੈ, ਵੀ ਕਿਹਦੇ ਉੱਪਰ ਹੈ ਡੈਥ ਆਫ ਸ਼ੇਰਵਾਨੀ ਦੀ ਸਟੋਰੀ ਹੈ। ਇਸ ਤੋਂ ਬਾਅਦ ਸ਼ੋਰਟ ਸਟੋਰੀ ਕਲੈਕਸ਼ਨਸ ਵੀ ਆਉਂਦੀਆਂ ਨੇ ਇਹਦੀਆਂ। ਦਾ ਲੋਸਟ ਚਾਈਲਡ ਪਿੱਛੇ ਆਪਾਂ ਪੜ੍ਹਿਆ ਨਹੀਂ, ਉਹ ਅਸਲ 'ਚ ਇਹਦੀ ਸ਼ੋਰਟ ਸਟੋਰੀ ਕਲੈਕਸ਼ਨ ਹੈ ਜਿਹੜੀ ਨਾਵਲ ਦੇ ਵਿੱਚ ਆਪਾਂ ਕਵਰ ਕਰ ਲਈ ਸੀ। ਤਾਂ ਇਹ ਤੁਸੀਂ ਧਿਆਨ ਰੱਖਣਾ 1934 ਦੇ ਵਿੱਚ ਜਿਹੜੀ ਆਈ ਸੀ। ਦਾ ਬਾਰਬਰ ਟ੍ਰੇਡ ਯੂਨੀਅਨ 1944 ਦੇ ਵਿੱਚ ਆਈ ਸੀ। ਇਹ ਦਾ ਬਾਰਬਰ ਟ੍ਰੇਡ ਯੂਨੀਅਨ ਇਹ 12th ਕਲਾਸ ਦੇ ਵਿੱਚ ਸਟੋਰੀ ਵੀ ਲੱਗੀ ਹੋਈ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਤੁਸੀਂ ਧਿਆਨ ਰੱਖਣਾ। ਮੁਲਕ ਰਾਏ ਆਨੰਦ ਦੀ ਸਟੋਰੀ ਹੈ। ਚੰਦੂ ਇਹਦੇ 'ਚ ਮੇਨ ਕਰੈਕਟਰ ਹੁੰਦਾ ਸਟੋਰੀ ਦੇ ਵਿੱਚ, ਚੰਦੂ 12th ਕਲਾਸ ਨੂੰ ਲੱਗੀ ਹੋਈ ਹੈ ਇਹ 12ਵੀਂ ਕਲਾਸ ਦੇ ਵਿੱਚ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚੇ ਨੇ। ਦਾ ਟਰੈਕਟਰ ਐਂਡ ਕੋਰਨ ਗੋਡੈਸ ਐਂਡ ਅਦਰ ਸਟੋਰੀ, ਇਹਨਾਂ ਦੇ ਤੁਸੀਂ ਯਾਦ ਰੱਖਣੇ ਨੇ, ਸਕਰੀਨਸ਼ਾਟ ਲੈ ਲਓ ਇਹਨਾਂ ਦੇ, ਠੀਕ ਹੈ। ਉਸ ਤੋਂ ਬਾਅਦੋਂ ਇਹ ਕੁਛ ਇਹਦੀਆਂ ਸਟੋਰੀਜ਼ ਆ ਨੇ। ਲਾਜਵੰਤੀ ਸਟੋਰੀ ਹੈ ਦਾ ਬਿਟਵੀਨ ਟੀਅਰਸ ਐਂਡ ਲਾਫਟਰ, ਇੰਡੀਅਨ ਫੇਰੀ ਟੇਲਸ, ਠੀਕ ਹੈ, ਮੋਰ ਇੰਡੀਅਨ ਫੇਰੀ ਟੇਲਸ। ਇਹ ਬਸ ਮੈਂ ਸਕਰੀਨਸ਼ਾਟ ਲੈ ਕੇ ਤੁਸੀਂ ਯਾਦ ਕਰ ਲਿਓ ਆਪਦਾ। ਅਤੇ ਅੱਗੇ ਜਿਹੜੇ ਨੇ ਹੋਰ ਨੋਟੇਬਲ ਵਰਕਸ ਹੋਏ ਨੇ ਇਹਨਾਂ ਨੂੰ ਵੀ ਤੁਸੀਂ ਦੇਖ ਲਿਓ, ਠੀਕ ਹੈ।
ਇਹ ਵੀ ਡਿਸਕਸ ਕਰਨ ਵਾਲੇ ਤਾਂ ਕੀ ਨੇ, ਤੁਸੀਂ ਬਸ ਇਹਨਾਂ ਨੂੰ ਸਕਰੀਨਸ਼ਾਟ ਲੈ ਲਓ। ਆਪਾਂ ਅੱਗੇ ਪੜ੍ਹਦੇ ਹਾਂ। ਇਸ ਤੋਂ ਬਾਅਦੋਂ ਜੀ ਇੰਪੋਰਟੈਂਟ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਉਹ ਇਹ ਹੈ, ਇਸ ਤੋਂ ਬਾਅਦ ਇਹਨਾਂ ਨੇ ਆਟੋਬਾਇਓਗ੍ਰਾਫੀਜ਼ ਲਿਖੀਆਂ ਸੀ। ਜਿਵੇਂ ਆਪਾਂ 7 ਸਮਰਸ ਪੜ੍ਹ ਕੇ ਆਏ ਨਾ ਕਿ 7 ਪਾਰਟ ਦੇ ਵਿੱਚ ਲਿਖੀ ਸੀ ਇਹਨੇ। ਅਤੇ ਇਸ ਤੋਂ ਬਾਅਦੋਂ ਜਿਹੜੀ ਮੋਰਨਿੰਗ ਫੇਸ ਹੈ, ਜਿਹੜੀ ਮੋਰਨਿੰਗ ਫੇਸ ਇਹਦੀ ਇੱਕ ਪਾਰਟ ਹੈ 7 ਸਮਰਸ ਦੀ। 7 ਏਜਸ ਆਫ ਦਾ ਮੈਨ ਜਿਹੜੀ ਲਿਖੀ ਸੀ। ਅਤੇ ਜਿਹੜੀ ਮੋਰਨਿੰਗ ਫੇਸ ਵਾਸਤੇ ਇਹਨੂੰ ਸਾਹਿਤਯ ਅਕਾਦਮੀ ਅਵਾਰਡ ਮਿਲਿਆ ਸੀਗਾ। ਠੀਕ ਹੈ ਜੀ, 1971 ਦੇ ਵਿੱਚ। ਇਹ ਤੁਸੀਂ ਧਿਆਨ ਰੱਖਣਾ। ਠੀਕ ਹੈ, ਇਹ ਪੁੱਛ ਸਕਦੇ ਹੁੰਦੇ ਨੇ ਤੁਹਾਨੂੰ ਕਿ ਜਿਹੜੀ ਮੁਲਕ ਰਾਏ ਆਨੰਦ ਨੂੰ ਇਹਦੀ ਕਿਹੜੀ ਰਾਈਟਿੰਗ ਵਾਸਤੇ ਸਾਹਿਤਯ ਅਕਾਦਮੀ ਅਵਾਰਡ ਮਿਲਿਆ ਸੀ? ਮੋਰਨਿੰਗ ਫੇਸ ਵਾਸਤੇ। ਠੀਕ ਹੈ, ਅਵਾਰਡ ਵੀ 1971 ਦੇ ਵਿੱਚ ਹੀ ਮਿਲਿਆ ਸੀਗਾ। ਕਲੀਅਰ? ਹਾਂਜੀ, ਉਸ ਤੋਂ ਬਾਅਦ ਕੁਛ ਹੋਰ ਜਿਵੇਂ ਕਨਵਰਸੇਸ਼ਨਸ ਇਨ ਬਲੂਮਸਬਰੀ ਜਾਂ ਪਿਲਪਲੀ ਸਾਹਿਬ, ਇਹ ਕੁਛ ਹੋਰ ਰਾਈਟਿੰਗ ਸੀਗੀਆਂ ਇਹਦੀਆਂ। ਅਤੇ ਇਸ ਤੋਂ ਬਾਅਦ ਹੋਰ ਇਹਨੂੰ ਜਿਹੜੇ ਅਵਾਰਡ ਮਿਲੇ ਸੀ, ਅਵਾਰਡ ਤੁਸੀਂ ਧਿਆਨ ਰੱਖਣੇ। ਇੰਟਰਨੈਸ਼ਨਲ ਪੀਸ ਪ੍ਰਾਈਜ਼ ਮਿਲਿਆ ਸੀਗਾ। ਪਦਮ ਭੂਸ਼ਣ, ਇਹ ਇੰਪੋਰਟੈਂਟ ਹੈ, ਕਦੋਂ ਮਿਲਿਆ ਸੀ? 1968 ਦੇ ਵਿੱਚ ਸਾਹਿਤਯ ਅਕਾਦਮੀ ਅਵਾਰਡ। ਠੀਕ ਹੈ, 1971 ਦੇ ਵਿੱਚ। ਕਿਹੜੀ ਵਾਸਤੇ? ਮੋਰਨਿੰਗ ਫੇਸ ਵਾਸਤੇ। ਠੀਕ ਹੈ ਜੀ, ਇਹ ਤੁਸੀਂ ਸਾਰੀਆਂ ਆਪਾਂ ਡਿਸਕਸ ਕਰ ਲਿਆ। ਹੁਣ ਤੁਸੀਂ ਸਕਰੀਨਸ਼ਾਟ ਲੈਣੇ ਤਾਂ ਸਕਰੀਨਸ਼ਾਟ ਲੈ ਸਕਦੇ ਹੋ। ਠੀਕ ਹੈ, ਮੈਂ ਸ਼ੁਰੂ ਤੋਂ ਇਹਨੂੰ ਦੁਬਾਰਾ ਉਹ ਕਰ ਦੇਣਾ ਹੁਣ ਨਾ। ਠੀਕ ਹੈ ਜੀ, ਹੁਣ ਇਹ ਆਪਣਾ ਮੁਲਕ ਰਾਏ ਆਨੰਦ ਦਾ ਸਾਰਾ ਟੌਪਿਕ ਕਵਰ ਹੋ ਗਿਆ ਜੀ। ਹੁਣ ਨੈਕਸਟ ਟੌਪਿਕ ਆਪਾਂ ਜਿਹੜਾ ਨੈਕਸਟ ਰਾਈਟਰ ਹੋਊਗਾ ਤੁਹਾਡੇ ਸਿਲੇਬਸ ਦੇ ਵਿੱਚ ਉਹਦੇ ਉੱਪਰ ਲੈ ਕੇ ਆਵਾਂਗੇ। ਇਹਦੇ ਸਾਰੇ ਨਾਵਲਸ ਨੂੰ ਧਿਆਨ ਨਾਲ ਦੇਖ ਲਿਓ। ਨਾਵਲਸ ਦੀ ਲਿਸਟ ਬਣਾ ਲਿਓ ਆਪਦੀ। ਮੇਨ ਤਾਂ ਨਾਵਲ ਹੀ ਹੁੰਦੇ ਨੇ ਕਿਸੇ ਵੀ ਰਾਈਟਰ ਦੇ, ਪਰ ਇਹਦੀ ਇੱਕ ਆਟੋਬਾਇਓਗ੍ਰਾਫੀ ਦੇਖੋ ਕਿੰਨੀ ਮੇਨ ਹੈ, ਜਿਹਦੇ ਵਾਸਤੇ ਇਹਨੂੰ ਸਾਹਿਤਯ ਅਕਾਦਮੀ ਅਵਾਰਡ ਮਿਲਿਆ ਹੈ, ਦਾ ਮੋਰਨਿੰਗ ਫੇਸ। ਉਹਦਾ ਵੀ ਧਿਆਨ ਰੱਖਿਓ ਤੁਸੀਂ। ਠੀਕ ਹੈ ਜੀ, ਪੇਪਰ ਮੋਸਟਲੀ ਉੱਪਰੋਂ ਆਊਗਾ ਤੁਹਾਨੂੰ, ਕਿਉਂਕਿ GNDU ਪੇਪਰ ਪਬਲਿਸ਼ ਬਣਾਉਂਦੀ ਹੈ ਨਾ, ਤਾਂ ਸੈੱਟ ਕਰਦੀ ਹੈ। ਤਾਂ ਉਹ ਪੇਪਰ ਦੀ ਤਿਆਰੀ ਤੁਸੀਂ ਐਵੇਂ ਕਰਨੀ ਹੈ, ਮਤਲਬ ਜਿਵੇਂ ਉੱਪਰੋਂ ਗੱਲਾਂ, ਜਿਵੇਂ ਮੈਂ ਤੁਹਾਨੂੰ ਕੋਈ ਇਹੋ ਜਿਹੀ ਕੁਐਸਚਨ ਪੁੱਛੀ ਜਾਵਾਂ ਉੱਪਰੋਂ, ਤਾਂ ਪਹਿਲਾਂ ਤਾਂ ਤਿਆਰੀ ਤੁਸੀਂ ਉੱਪਰੋਂ ਕਰੋ। ਜ਼ਿਆਦਾ ਡਿਟੇਲ 'ਚ PhD ਨਾ ਤੁਸੀਂ ਕਰਨ ਬਹਿ ਜਾਓ। PhD ਤੁਸੀਂ ਉਦੋਂ ਕਰਨੀ ਹੈ ਜਦੋਂ ਤੁਹਾਡੀ ਸਾਰੀ ਤਿਆਰੀ ਹੋਊਗੀ, ਜਦੋਂ ਤੁਹਾਨੂੰ ਸਾਰੇ ਸੌਖੇ ਕੁਐਸਚਨ ਆਉਣ ਲੱਗ ਗਏ। ਕਿਉਂਕਿ ਜੇ ਪਹਿਲਾਂ PhD ਕਰਨ ਲੱਗ ਜਾਓਗੇ ਨਾ, ਤੁਹਾਡਾ ਕੁਛ ਨਹੀਂ ਬਣਨਾ ਫਿਰ। ਠੀਕ ਹੈ, ਉੱਪਰੋਂ ਤਿਆਰੀ ਕਰੋ ਪਹਿਲਾਂ। ਮੇਨ ਜਾਂ ਜਿਹੜੀਆਂ ਮੇਨ ਗੱਲਾਂ ਨੇ, ਜਿਵੇਂ ਕੂਲੀ ਨਾਵਲ ਕਿਹਦਾ ਲਿਖਿਆ, ਕਦੋਂ ਲਿਖਿਆ, ਅਨਟੱਚੇਬਲ ਕਿਹਦਾ, ਕਦੋਂ ਪਬਲਿਸ਼ ਹੋਇਆ ਸੀਗਾ, ਦਾ ਵਿਲੇਜ ਕਿਹਦਾ, ਇਸ ਤਰੀਕੇ ਨਾਲ। ਠੀਕ ਹੈ ਜੀ, ਜ਼ਿਆਦਾ PhD ਕਰਨਾ ਬਹਿ ਜਾਓ। PhD ਕਰਨ ਬੈਠੋਗੇ ਤਾਂ ਨੁਕਸਾਨ ਹੋਊਗਾ ਤੁਹਾਡਾ। ਠੀਕ ਹੈ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚਲੋ ਫਿਰ ਦੁਬਾਰਾ ਹੁਣ ਨੈਕਸਟ ਲੈਕਚਰ ਲੈ ਕੇ ਹਾਜ਼ਰ ਹੋਵਾਂਗੇ, ਅਤੇ ਇਸ ਲੈਕਚਰ ਨੂੰ ਧਿਆਨ ਨਾਲ ਸੁਣ ਲਿਓ 2-3 ਵਾਰੀ। ਠੀਕ ਹੈ ਜੀ, ਆਲ ਦਾ ਬੈਸਟ। ਆਪਣੀ ਤਿਆਰੀ ਨੂੰ ਉਵੇਂ ਕੰਟੀਨਿਊ ਰੱਖੋ।